ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਉੱਤੇ ਜੋ ਜਾਨਲੇਵਾ ਹਮਲਾ ਹੋਇਆ, ਉਸ ਹਮਲੇ ਦੀ ਖਬਰ ਜਿਸ ਵੇਲੇ ਸੁਣਨ ਦੇ ਵਿੱਚ ਆਈ ਤਾਂ ਸੁਣ ਕੇ ਮਨ ਨੂੰ ਕੋਈ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੋਈ, ਕਿਉਂਕਿ ਇਸ ਤਰੀਕੇ ਦੇ ਹਮਲੇ ਦੀ ਸੰਭਾਵਨਾ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਸੀ ਅਤੇ ਸ਼ਾਇਦ ਭਾਈ ਹਰਨੇਕ ਸਿੰਘ ਖੁਦ ਆਪ ਵੀ ਇਸ ਤਰੀਕੇ ਦੇ ਹਮਲੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਸਨ। ਇਸ ਹਮਲੇ ਤੋਂ ਬਾਅਦ ਜਿਹੋ ਜਿਹਾ ਪ੍ਰਤੀਕਰਮ ਲੋਕਾਂ ਵੱਲੋਂ ਆਇਆ, ਉਸ ਨੂੰ ਸੁਣ ਕੇ ਪੜ੍ਹ ਕੇ ਵੀ ਕੋਈ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੋਈ। ਉਸ ਤਰੀਕੇ ਦਾ ਪ੍ਰਤੀਕਰਮ ਆਉਣ ਦੀ ਸੰਭਾਵਨਾ ਵੀ ਪਹਿਲਾਂ ਹੀ ਮੌਜੂਦ ਸੀ, ਚਾਹੇ ਉਹ ਪ੍ਰਤੀਕਰਮ ਦੇਣ ਵਾਲੇ ਰੇਡੀਓ ਵਿਰਸਾ ਨੂੰ ਪਿਆਰ ਕਰਨ ਵਾਲੇ ਰੇਡੀਓ ਵਿਰਸਾ ਦੀ ਸਰੋਤੇ ਸਨ ਜਾਂ ਉਹ ਸੰਪਰਦਾਈ ਲੋਕ ਸਨ। ਪਰ ਅੱਜ ਗੱਲ ਕਰਨੀ ਹੈ ਜਾਗਰੂਕਾਂ ਦੇ ਪ੍ਰਤੀਕਰਮ ਦੇ ਸਬੰਧ ਵਿੱਚ, ਜਿਨ੍ਹਾਂ ਦੇ ਵਿੱਚ ਵਰਿੰਦਰ ਸਿੰਘ ਗੋਲਡੀ ਹੈ, ਜਗਮੋਹਨ ਸਿੰਘ ਹੈ, ਬਲਰਾਜ ਸਿੰਘ ਹੈ, ਗੁਰਦੇਵ ਸਿੰਘ ਸੱਧੇਵਾਲੀਆ, ਖਾਲਸਾ ਨਿਊਜ਼ ਤੋਂ ਬਖਸ਼ੀਸ਼ ਸਿੰਘ, ਸਿੰਘਨਾਦ ਰੇਡੀਓ ਤੋਂ ਪ੍ਰਭਦੀਪ ਸਿੰਘ ਅਤੇ ਹੋਰ ਜਾਗਰੂਕ ਪ੍ਰਚਾਰਕ, ਇਹਨਾਂ ਨੇ ਵੀ ਆਪਣੇ ਪ੍ਰਤੀਕਰਮ ਦੇ ਰੂਪ ਦੇ ਵਿੱਚ ਇਸ ਹਮਲੇ ਦੇ ਉੱਤੇ ਖੁਸ਼ੀ ਮਨਾਈ ਹੈ, ਇਸ ਹਮਲੇ ਨੂੰ ਜਾਇਜ਼ ਠਹਿਰਾਇਆ ਹੈ, ਹਮਲਾ ਕਰਨ ਵਾਲਿਆਂ ਨੂੰ ਐਪਰੀਸ਼ੀਏਟ ਕੀਤਾ ਹੈ। ਮੈਂ ਪ੍ਰੋਗਰਾਮ ਸੁਣਿਆ ਜੋ 2 ਕੁ ਦਿਨ ਪਹਿਲਾਂ ਸਿੰਘਨਾਦ ਰੇਡੀਓ ਦੇ ਉੱਤੇ ਬਖਸ਼ੀਸ਼ ਸਿੰਘ ਅਤੇ ਪ੍ਰਭਦੀਪ ਸਿੰਘ ਦੀ ਆਪਸ ਦੇ ਵਿੱਚ ਅੱਧਾ ਪੌਣਾ ਘੰਟਾ ਗੱਲਬਾਤ ਹੋਈ। ਉਸ ਗੱਲਬਾਤ ਦੇ ਵਿੱਚ ਸਭ ਤੋਂ ਵੱਡੀ ਦਲੀਲ ਜਿਹੜੀ ਦਿੱਤੀ ਗਈ ਕਿ ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੀ ਦੀ ਸਾਰੀ ਹਰਨੇਕ ਸਿੰਘ ਦੀ ਭਾਸ਼ਾ ਦੀ ਹੈ, ਉਸ ਦੀ ਬੋਲੀ ਦੀ ਹੈ, ਜਦਕਿ ਸੱਚਾਈ ਇਹ ਨਹੀਂ ਹੈ। ਇਸ ਸਾਰੇ ਹਮਲੇ ਦੇ ਪਿੱਛੇ ਜਿਸ ਦੀ ਜ਼ਿੰਮੇਵਾਰੀ ਹੈ, ਜਿਹੜਾ ਅਸਲੀ ਤੱਤ ਹੈ ਇਹਦੇ ਪਿੱਛੇ, ਜੇ ਉਸ ਨੂੰ ਕੋਈ ਨਾਮ ਦੇਣਾ ਹੋਵੇ ਤੇ ਉਹ ਨਾਮ ਇੱਕੋ ਇੱਕ ਦਿੱਤਾ ਜਾ ਸਕਦਾ ਹੈ, ਧਾਰਮਿਕ ਗੁੰਡਾਗਰਦੀ। ਸੁਣਨ ਦੇ ਵਿੱਚ ਇਹ ਸ਼ਬਦ ਜਿਹੜਾ ਹੈ, ਭਾਵੇਂ ਸਾਨੂੰ ਕੋਈ ਬਹੁਤ ਚੰਗਾ ਨਾ ਲੱਗੇ, ਧਾਰਮਿਕ ਜਗਤ ਹੁੰਦਾ ਹੈ, ਧਾਰਮਿਕ ਅਸਥਾਨ ਹੁੰਦਾ ਹੈ, ਧਾਰਮਿਕ ਗੁਰੂ ਹੁੰਦਾ ਹੈ, ਧਾਰਮਿਕ ਗ੍ਰੰਥ ਹੁੰਦਾ ਹੈ, ਪਰ ਧਾਰਮਿਕ ਗੁੰਡਾਗਰਦੀ ਸੁਣਨ ਦੇ ਵਿੱਚ ਇਹ ਸ਼ਬਦ ਭਾਵੇਂ ਸਾਨੂੰ ਬਹੁਤਾ ਚੰਗਾ ਨਾ ਲੱਗੇ, ਪਰ ਸੱਚਾਈ ਇਹੀ ਹੈ। ਇਸ ਸਾਰੇ ਕੁਝ ਦਾ ਜ਼ਿੰਮੇਵਾਰ ਜਿਹੜਾ ਤੱਤ ਹੈ ਉਹ ਇਹੀ ਹੈ ਕਿ ਅਸੀਂ ਧਰਮ ਦੇ ਨਾਮ ਦੇ ਉੱਤੇ ਗੁੰਡਾਗਰਦੀ ਕਰਦੇ ਹਾਂ। ਅਸੀਂ ਆਪਣੀ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਣ ਵਾਸਤੇ ਧਰਮ ਦਾ ਨਾਮ ਲੈਂਦੇ ਹਾਂ, ਧਰਮ ਦਾ ਸਹਾਰਾ ਲੈਂਦੇ ਹਾਂ। ਪ੍ਰਭਦੀਪ ਸਿੰਘ ਜੀ, ਬਖਸ਼ੀਸ਼ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਬਾਰ-ਬਾਰ ਇਹ ਗੱਲ ਆਖੀ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਹਰਨੇਕ ਸਿੰਘ ਦੀ ਆਪਣੀ ਬੋਲੀ ਦੀ ਹੈ, ਉਸ ਦੀ ਆਪਣੀ ਭਾਸ਼ਾ ਦੀ ਹੈ, ਔਰ ਇਸ ਦੇ ਸੰਬੰਧ ਵਿੱਚ ਤੁਸੀਂ ਕਈ ਦਲੀਲਾਂ ਵੀ ਦਿੱਤੀਆਂ, ਇੱਥੋਂ ਤੱਕ ਵੀ ਆਖਿਆ ਕਿ ਮਨੁੱਖ ਦੀ ਜ਼ੁਬਾਨ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ, ਪਰ ਇਹ ਜ਼ੁਬਾਨ ਹੱਡੀਆਂ ਤੜਵਾਉਣ ਦਾ ਕੰਮ ਜ਼ਰੂਰ ਕਰ ਦਿੰਦੀ ਹੈ। ਪਰ ਪ੍ਰਭਦੀਪ ਸਿੰਘ ਜੀ, ਤੁਹਾਡੀ ਜ਼ੁਬਾਨ ਤੇ ਬਹੁਤ ਮਿੱਠੀ ਹੈ, ਤੁਸੀਂ ਤੇ ਕਦੇ ਕਿਸੇ ਨੂੰ ਕੋਈ ਗਾਲੀ ਗਲੋਚ ਵਾਲਾ ਸ਼ਬਦ ਨਹੀਂ ਬੋਲਿਆ ਹੋਵੇਗਾ। ਪ੍ਰੋਫੈਸਰ ਦਰਸ਼ਨ ਸਿੰਘ, ਉਹਨਾਂ ਨੇ ਤੇ ਕਦੇ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਿਆ ਹੋਵੇਗਾ, ਪਰ ਕੀ ਕਾਰਨ? ਹਮਲਾ ਤੇ ਤੁਹਾਡੇ ਤੇ ਵੀ ਹੋਇਆ ਤੇ ਤੁਸੀਂ ਅੱਜ ਤੱਕ ਕਲੇਮ ਕਰਦੇ ਹੋ ਕਿ ਸਾਡੇ ਉੱਤੇ ਬੰਬ ਦੇ ਨਾਲ ਹਮਲਾ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਬੰਬ ਦੇ ਨਾਲ ਹਮਲਾ ਪੰਜਾਬ ਦੇ CM ਦੇ ਉੱਤੇ ਹੋਇਆ ਸੀ, ਬੇਅੰਤ ਸਿੰਘ ਦੇ ਉੱਤੇ ਹੋਇਆ ਸੀ, ਅਕਾਲ ਤਖਤ ਦੇ ਉੱਤੇ ਬੰਬ ਚੱਲੇ ਸਨ, ਤੇ ਤੁਸੀਂ ਜਦੋਂ ਉਸ ਹਮਲੇ ਦਾ ਜ਼ਿਕਰ ਕਰਦੇ ਹੋ ਤੁਸੀਂ ਕਹਿੰਦੇ ਹੋ ਸਾਡੇ ਤੇ ਬੰਬ ਸੁੱਟਿਆ ਗਿਆ। ਤੁਹਾਡੀ ਤੇ ਜ਼ੁਬਾਨ ਬੜੀ ਸੁਲਝੀ ਹੋਈ ਸੀ, ਬੋਲੀ ਬੜੀ ਮਿੱਠੀ ਸੀ, ਫਿਰ ਵੀ ਤੁਹਾਡੇ ਉੱਤੇ ਹਮਲਾ ਕਿਉਂ ਹੋਇਆ?
ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ, ਕਿੰਨੀ ਵਾਰੀ ਉਹਨਾਂ ਦੇ ਉੱਤੇ ਹਮਲੇ ਹੋਏ। ਉਹਨਾਂ ਦੀ ਬੋਲੀ ਤੇ ਕੋਈ ਇਹੋ ਜਿਹੀ ਨਹੀਂ ਜਿਸ ਤਰੀਕੇ ਦੀ ਬੋਲੀ ਦਾ ਜ਼ਿਕਰ ਤੁਸੀਂ ਭਾਈ ਹਰਨੇਕ ਸਿੰਘ ਦੇ ਸੰਬੰਧ ਦੇ ਵਿੱਚ ਕਰਦੇ ਹੋ। ਪੰਥਪ੍ਰੀਤ ਸਿੰਘ, ਉਹਨਾਂ ਦੇ ਉੱਤੇ ਹਮਲੇ ਹੋਏ। ਉਹਨਾਂ ਨੇ ਤਾਂ ਕਦੇ ਕਿਸੇ ਨੂੰ ਗਾਲੀ ਗਲੋਚ ਨਹੀਂ ਕੀਤਾ, ਉਹਨਾਂ ਨੇ ਤਾਂ ਕਦੇ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ। ਤੁਹਾਡੇ ਮੁਤਾਬਕ ਭਾਈ ਰਣਜੀਤ ਸਿੰਘ, ਉਹਨਾਂ ਨੇ ਤਾਂ ਕਦੇ ਇਹ ਗਾਲੀ ਗਲੋਚ ਵਾਲੇ ਸ਼ਬਦ ਜਿਹੜੇ ਹਨ ਆਪਣੇ ਦੀਵਾਨਾਂ ਦੇ ਵਿੱਚ ਨਹੀਂ ਬੋਲੇ, ਪਰ ਉਹਨਾਂ ਦੇ ਉੱਤੇ ਵੀ ਹਮਲੇ ਹੋਏ ਔਰ ਨਿਰੰਤਰ ਲਗਾਤਾਰ ਇਹ ਹਮਲੇ ਹੋ ਰਹੇ ਹਨ। ਕਿਸੇ ਵੀ ਮੁਲਕ ਦੇ ਵਿੱਚ ਆਵਣ, ਕੈਨੇਡਾ ਆਵਣ, ਅਮਰੀਕਾ ਆਵਣ, ਆਸਟ੍ਰੇਲੀਆ ਆਵਣ, ਹਰੇਕ ਜਗ੍ਹਾ ਦੇ ਉੱਤੇ ਉਹਨਾਂ ਦੇ ਉੱਤੇ ਹਮਲੇ ਕਰਨ ਦੇ ਯਤਨ ਕੀਤੇ ਜਾਂਦੇ ਹਨ। ਇਸ ਸਾਰੇ ਕੁਝ ਦੇ ਪਿੱਛੇ ਕਾਰਨ ਇੱਕੋ ਇੱਕ ਹੈ, ਧਾਰਮਿਕ ਗੁੰਡਾਗਰਦੀ। ਆਪਣੀ ਗੁੰਡਾਗਰਦੀ ਨੂੰ ਧਰਮ ਦਾ ਲਿਬਾਸ ਪਹਿਨਾ ਕੇ ਉਸ ਨੂੰ ਜਾਇਜ਼ ਠਹਿਰਾਉਣਾ। ਜਿਸ ਧਾਰਮਿਕ ਗੁੰਡਾਗਰਦੀ ਦੇ ਤੁਸੀਂ ਸਾਰੇ ਜਾਗਰੂਕ ਜਿਤਨੇ ਹੋ, ਸਾਰੇ ਦੇ ਸਾਰੇ ਇਸ ਗੁੰਡਾਗਰਦੀ ਦੇ ਵਿਕਟਮ ਰਹਿ ਚੁੱਕੇ ਹੋ। ਪਰ ਅੱਜ ਉਸੇ ਧਾਰਮਿਕ ਗੁੰਡਾਗਰਦੀ ਦੇ ਸੰਬੰਧ ਦੇ ਵਿੱਚ ਤੁਸੀਂ ਵਿਕਟਮ ਬਲੇਮਿੰਗ ਵਾਲੀ ਗੇਮ ਜਿਹੜੀ ਹੈ ਉਹ ਖੇਡ ਰਹੇ ਹੋ, ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਕੁਝ ਇਹੋ ਜਿਹਾ ਹੈ। ਸਾਡੇ ਤੇ ਜੇ ਕਿਧਰੇ ਕਿਸੇ ਦਾ ਰੇਪ ਵੀ ਹੋ ਜਾਵੇ ਤੇ ਬਲਾਤਕਾਰੀ ਵੱਲ ਨੂੰ ਉਂਗਲ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਬਲੇਮ ਲਗਾਉਣਾ ਸ਼ੁਰੂ ਕਰਦੇ ਹਾਂ ਉਸ ਦਾ ਜਿਸ ਦਾ ਬਲਾਤਕਾਰ ਹੋਇਆ ਹੋਵੇ, ਕਿ ਇਹ ਅੱਧੀ ਰਾਤ ਵੇਲੇ ਘਰ ਤੋਂ ਬਾਹਰ ਕਿਉਂ ਗਈ, ਇਸਨੇ ਇਹੋ ਜਿਹੇ ਕੱਪੜੇ ਕਿਉਂ ਪਾਏ, ਇਹਦੇ ਪਿੱਛੇ ਗਲਤੀ ਜਿਹੜੀ ਹੈ ਇਸ ਦੀ ਹੀ ਹੋਵੇਗੀ। ਇਸੇ ਤਰੀਕੇ ਦੀ ਵਿਕਟਮ ਬਲੇਮਿੰਗ ਦੀ ਗੇਮ ਜਿਹੜੀ ਹੈ ਇਸ ਵੇਲੇ ਤੁਸੀਂ ਆਪ ਖੇਡ ਰਹੇ ਹੋ। ਹਰਨੇਕ ਸਿੰਘ ਨੇ ਗੱਲਾਂ ਕੀਤੀਆਂ, ਰਿਸਕ ਲੈ ਕੇ ਕੀਤੀਆਂ ਔਰ ਉਹਨਾਂ ਗੱਲਾਂ ਦੀ ਕੀਮਤ ਹਰਨੇਕ ਸਿੰਘ ਨੇ ਤਾਰੀ ਹੈ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਵੀ ਉਸ ਨੂੰ ਤਾਰਨੀ ਪਵੇ। ਪਰ ਤੁਸੀਂ ਜਰਾ ਕੁ ਸੋਚ ਕੇ ਦੱਸਿਓ, ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਉੱਤੇ ਇੰਨੇ ਹਮਲੇ ਹੋਏ ਹਨ, ਪਰ ਉਹਨਾਂ ਹਮਲਿਆਂ ਦੀ ਕੀਮਤ ਜਿਹੜੀ ਹੈ ਉਹ ਕਿਸ ਨੂੰ ਚੁਕਾਉਣੀ ਪਈ। ਪ੍ਰੋਫੈਸਰ ਸਾਹਿਬ ਜੀ ਦੇ ਸਰੀਰ ਦੇ ਉੱਤੇ ਤੇ ਸ਼ਾਇਦ ਕੋਈ ਅਜੇ ਤੱਕ ਝਰੀਟ ਵੀ ਨਾ ਆਈ ਹੋਈ ਹੋਵੇ, ਸਿਰ ਲੋਕਾਂ ਦੇ ਪਾਟੇ, ਕੀਮਤ ਲੋਕਾਂ ਨੇ ਚੁਕਾਈ। ਇੱਥੇ ਸਿੱਖ ਲਹਿਰ ਗੁਰਦੁਆਰੇ ਵਿਖੇ ਜਦੋਂ ਹਮਲਾ ਹੋਇਆ ਸੀ, ਸਿਰ ਪ੍ਰਬੰਧਕਾਂ ਦੇ ਪਾਟੇ ਸਨ। ਪ੍ਰੋਫੈਸਰ ਸਾਹਿਬ ਤੇ ਗੁਰਦੁਆਰੇ ਤੋਂ 2-2.5 ਮੀਲ ਦੂਰ ਆਪਣੇ ਘਰ ਦੇ ਵਿੱਚ ਹੀ ਬੈਠੇ ਰਹੇ ਸਨ, ਗੁਰਦੁਆਰੇ ਵੀ ਨਹੀਂ ਸਨ ਅਪੜੇ। ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਹਦੇ ਵਿੱਚ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਦੇ ਸਰੀਰ ਦੇ ਉੱਤੇ ਕੋਈ ਝਰੀਟ ਨਹੀਂ ਆਈ, ਲੋਕਾਂ ਦੀਆਂ ਪੱਗਾਂ ਲੱਥੀਆਂ ਹੋਣਗੀਆਂ। ਭਾਈ ਪੰਥਪ੍ਰੀਤ ਸਿੰਘ ਜੀ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਉਹ ਲੋਕਾਂ ਦਾ ਹੋਇਆ ਹੈ। ਪੰਥਪ੍ਰੀਤ ਸਿੰਘ ਦਾ, ਸਾਡੇ ਜਾਗਰੂਕ ਪ੍ਰਚਾਰਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੋਰਚਾ ਜਿਹੜਾ ਹੈ ਉਹ ਸਾਡੇ ਪ੍ਰਚਾਰਕਾਂ ਨੇ ਲਗਾਇਆ ਸੀ ਬਰਗਾੜੀ ਵਿਖੇ, ਪਰ ਉਹਦੀ ਕੀਮਤ ਜਿਹੜੀ ਆ ਉਹ ਕਿਸ ਨੂੰ ਚੁਕਾਉਣੀ ਪਈ। ਪੁੱਤ ਜਿਹੜੇ ਸਨ ਉਹ ਲੋਕਾਂ ਦੇ ਮਰੇ ਸਨ, ਉੱਥੇ ਜਾਗਰੂਕ ਪ੍ਰਚਾਰਕਾਂ ਦਾ ਕੁਝ ਨਹੀਂ ਗਿਆ। ਹਰਨੇਕ ਸਿੰਘ ਨੇ ਜੇਕਰ ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਦੀ ਕੀਮਤ ਉਸਨੇ ਖੁਦ ਆਪ ਤਾਰੀ ਹੈ ਔਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਅੰਦਰ ਉਹ ਹੋਰ ਵੀ ਜ਼ਿਆਦਾ ਇਸ ਦੀ ਕੀਮਤ ਤਾਰੇ। ਪਰ ਉਸ ਹਮਲੇ ਨੂੰ ਅਸੀਂ ਜਾਇਜ਼ ਜਿਹੜਾ ਹੈ ਉਹ ਇਸ ਵਾਸਤੇ ਠਹਿਰਾ ਰਹੇ ਹਾਂ, ਜਾਗਰੂਕ ਖਾਸ ਕਰਕੇ, ਕਿਉਂਕਿ ਹਰਨੇਕ ਸਿੰਘ ਨੇ ਜਿੱਥੇ ਦਸਮ ਗ੍ਰੰਥ ਦੀ ਗੱਲ ਕੀਤੀ ਆ, ਜਿੱਥੇ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਆ, ਗੁਰਬਿਲਾਸ ਪਾਤਸ਼ਾਹ 6ਵੀਂ 10ਵੀਂ ਦੀ ਗੱਲ ਕੀਤੀ ਹੈ, ਗੁਰਮਤ ਵਿਰੋਧੀ ਲਿਖਤਾਂ ਦੀ ਗੱਲ ਕੀਤੀ ਹੈ, ਡੇਰੇਦਾਰਾਂ ਦੀ ਗੱਲ ਕੀਤੀ ਹੈ, ਸੰਪਰਦਾਈ ਲੋਕਾਂ ਦੀ ਗੱਲ ਕੀਤੀ ਹੈ, ਉੱਥੇ ਨਾਲ ਦੀ ਨਾਲ ਉਸਨੇ ਸਾਡੇ ਵਰਗੇ ਦੋਗਲੇ ਪ੍ਰਚਾਰਕਾਂ ਦਾ ਚਿਹਰਾ ਜਿਹੜਾ ਹੈ ਉਹ ਵੀ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਹੈ। ਸਾਡਾ ਗੁੱਸਾ ਸਿਰਫ ਇਸ ਗੱਲ ਦੇ ਨਾਲ ਹੈ, ਸਾਡੀ ਨਾਰਾਜ਼ਗੀ, ਸਾਡੀ ਨਫ਼ਰਤ, ਸਾਡੀ ਈਰਖਾ ਸਿਰਫ ਇਸ ਵਾਸਤੇ ਹੈ ਕਿ ਉਹ ਬਾਕੀ ਗੁਰਮਤ ਵਿਰੋਧੀ ਲਿਖਤਾਂ ਦੀਆਂ ਗੱਲਾਂ ਤੇ ਕਰੇ, ਪਰ ਸਾਡਾ ਜਿਹੜਾ ਦੋਗਲਾ ਚਿਹਰਾ ਹੈ ਉਹ ਸਮਾਜ ਦੇ ਸਾਹਮਣੇ ਕਿਉਂ ਰੱਖਦਾ ਪਿਆ ਹੈ। ਹਰਨੇਕ ਸਿੰਘ ਦੇ ਉੱਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਣ ਦਾ ਤੁਹਾਡਾ ਇੱਕੋ ਇੱਕ ਕਾਰਨ ਕੇਵਲ ਤੇ ਕੇਵਲ ਇਹੀ ਹੈ। ਪਰ ਹੁਣ ਤੁਸੀਂ
जितने भी जाने हो सारे जने जोर लगा के देख लियो। हरनेक सिंह दे कद दे अगे तुसी सारे दे सारे हुण बौणे प्रतीत होवोगे। तुहाडे अंदर यह हीन भावना है और उस हीन भावना दे विच तुसी संप्रदायी लोकां दे नालों भी ज्यादा गर्क चुके हो। संप्रदायी लोकां ने विरोधता की। हरनेक सिंह दीयां फोटोआं एडिट कीतियां, उन्हां दे परिवार दीयां, उन्हां दे बच्चियां दीयां, उन्हां दे घर दीयां जनानियां दीयां फोटोआं जड़ियां ने एडिट कीतियां। पर तुसी की कीता? अपने आप नूं सभ्यक अखवाउण वालियां ने तुसी हरनेक सिंह दीयां स्टेटमेंटां एडिट कीतियां। 10-10 सैकंड दी, 20-20 सैकंड दी, 40-40 सैकंड दी उन्हां दी स्टेटमेंट लैके संदर्भ दे नाल तोड़ के उन्होंने लोकां दे सामने पेश किया। प्रभदीप सिंह जी, मैं सुनिया तुहाडा प्रोग्राम, जिन्ने भी तुसी उहदे विच इल्जाम लगा रहे सी हरनेक सिंह दीयां कीतियां होईयां गल्लां दे संबंध दे विच हरेक गल दा जवाब दिता जा सकदा है। लोड़ पैण दे उत्ते देवांगे भी। पर मैनू नहीं लगता कि तुसी इन्ने ज्यादा बद दिमाग होवोगे कि तुहानू हरनेक सिंह दीयां गल्लां समझ दे विच ना आईयां होईयां होवण। तुसी पढ़े लिखे हो, तुसी एडे बद दिमाग नहीं कि तुहानू वो गल्लां समझ विच ना पईयां होईयां होवण। तुसी बेईमान हो। तुसी उन्हां गल्लां नू संदर्भ दे नाल तोड़ मरोड़ के जिहड़ा है वो लोकां दे सामने पेश कीता। एक ही उदाहरण मैं दे दिना। तुसी इस गल का जिक्र किया कि हरनेक सिंह कहता कि गुरबाणी बैन कर दिओ। किस संदर्भ दे विच वो गल होई सी कि उसका जिक्र किया? तुसी की तुहानू पता नहीं कि किस संदर्भ दे विच वो गल होई? और जिस संदर्भ दे विच वो गल की गई उस संदर्भ अनुसार वाकया ही गुरबाणी की जिस तरीके दे नाल असी प्रचारक लोग वरतों कर रहे हाँ, गुरबाणी की वरतों जिहड़ी है इहदे उत्ते पाबंदी लगनी चाहिए है, बैन होनी चाहिए है। असी गुरबाणी याद करके गुरबाणी के प्रमाण दे दे के लोगों को बौरे कर दिता, कमले कर दिता। असी गुरबाणी सुना सुना के ते लोगों को सियाणे करना सी, असी लोगों को कमले कर दिता। असी प्रचारकां ने जिन्हां ने गुरबाणी नूं पढ़िया सी, जिन्हां ने गुरबाणी नूं याद किया सी। हरेक बंदा अपनी गल कहण वास्ते गुरबाणी के हवाले दे रहा ते सुनन वाला बौरा जिहा हो जाता कि किहदी गल मन्ना। जिहड़ी मैं अज वीडियो बना रहा हाँ, चाहे 15 मिनट की होवे, 20 मिनट की होवे, कि तुहानू लगदा कि इस 15-20 मिनट की वीडियो दे विच मैं गुरबाणी के हवाले नहीं सी दे सकदा? मैनू गुरबाणी याद नहीं, मैनू गुरबाणी के प्रमाण देने नहीं आउंदे। इन्नी वीडियो दे विच हो सकदा 15-20 गुरबाणी दी पंक्तियां मैं भी सुना दिंदा, पर उसका फायदा की हुंदा? गल ते मैं अपनी करनी आ। हरनेक सिंह दे उत्ते हमला होया है, जे मैं अपना पक्ष रखना होवे मैं भी गुरबाणी के हवाले दे देंगा। कि मैं नहीं हवाले दे सकदा कि जिसके सिर ऊपर तू स्वामी सो दुख कैसा पावे। इस हमले का जिक्र करदियां होया कि मैं नहीं कह सकदा कि प्रभ भावै बिन सास ते रख है, ताती वाव न लग गई पार ब्रह्म शरण आई। किन्ने प्रमाण गुरबाणी दे विच मैं भी दे सकदा। संप्रदायी लोगों भी दस देना चाहना, 10वें ग्रंथ के प्रमाण भी सानू देने आउंदे ने, जफरनामे के प्रमाण भी सानू देने आउंदे ने कि जे रब सिर दे उत्ते होवे दुश्मन कुछ भी नहीं बिगाड़ सकता। पर होएगा कि उहदे नाल? जिहड़ा मैनू सुनेगा वह आखेगा कि इन्हें गुरबाणी अनुसार इसका पक्ष पेश किया, पर जदों इसे हमले का दूसरा पक्ष संप्रदायी लोगों ने पेश करना है, उन्होंने भी गुरबाणी दी पंक्तियां सुनानी ने। कल तुहाडे प्रोग्राम के विच भी एक सज्जन ने गुरबाणी दी पंक्तियां सुना के गया सी कि जयकार की ओ धर्मिया का पापी को दंड दियोए। जदों गुंडियां ने अपनी गुंडागर्दी नूं धर्म का लिबास पहनाउणा आ, उन्होंने भी गुरबाणी दी पंक्तियां सुनाउणियां ने उत्थे। और इदां अज तक हुंदा आया। जदों प्रोफैसर दर्शन सिंह दे उत्ते हमले होए, सरबजीत सिंह धुंदे दे उत्ते हमले होए, पंथप्रीत सिंह दे उत्ते हमले होए, उन्हां गुंडियां ने
अपनी गुंडागर्दी नूं गुरबाणी दीयां पंक्तियां सुना सुना के उन्होंने जस्टिफाई किया। वो तो अपनी कढ़ियां हुई गालां नूं भी गुरु द्वारा ली गई सेवा दसदे आ। इस संदर्भ दे विच आख्या गया सी कि गुरबाणी दीयां पंक्तियां दे उत्ते पाबंदी लगनी चाहिए है। कोई अपनी गल कहनी है अपने शब्दों दे विच कवे, अपनी बोली दे विच कवे, नहीं तो इस घटना नूं एक बंदा मेरे कोलों सुन के जाएगा, मैं भी गुरबाणी दीयां पंक्तियां सुना देंगा, नाल संप्रदायी लोगों का पक्ष सुनेगा, उन्होंने भी गुरबाणी दीयां पंक्तियां सुना देनियां। ते सुनने वाला की तुहानूं लगदा कि बहुत समझदार बन के जाएगा, इत्थों बौरा जिहा हो जाना, झल्ला जिहा हो जाना भी संप्रदाय नूं गुरु साहब कुछ होर आखी जा रहे आ, इन्हां नूं गुरु साहब कुछ होर आखी जा रहे आ। इस संदर्भ दे विच गल आखी गई सी कि गुरबाणी दीयां पंक्तियां दे उत्ते पाबंदी लगनी चाहिए है। असीं गल अपनी करदे हां, अपनी सोच जिहड़ी आ लोकां दे उत्ते थोपदे हां, पर अपनी सोच लोकां दे उत्ते थोपण वास्ते असीं गुरबाणी दा सहारा लैंदे हां कि गुरु साहब ने यह गल आखी आ ते असीं साबित यह करदे हां। असीं ते पक्के सिख आ, असीं ते गुरबाणी दे दायरे तो बाहर जांदे ही नहीं, जद कि साडी बेईमानी है। मैं फिर आखां तुसीं बद दिमाग नहीं कि जिहड़ियां गल्लां हरनेक सिंह ने कीतियां तुहाडी समझ दे विच ना पईयां होईयां होवण, तुसीं बेईमान लोग हो। संप्रदायी लोगों ने फोटोआं एडिट कीतियां, तुसां ने रेडियो विरसा तो दित्तियां होईयां स्टेटमेंटां जिहड़ियां ने उन्हां नूं एडिट कीता। चलो मैं वीडियो नूं ज़्यादा लंबी ना करां, आउण वाले दिनां दे विच तुहाडे होर सवालां दे जवाब भी देवांगे। इस वास्ते नहीं भी तुहानूं उन्हां सवालां दी समझ नहीं लगी, बल्कि इस वास्ते कि इस बहाने दे नाल असीं अपनी आखी हुई गल नूं होर भी ज़्यादा लोकां तक होर भी वधिया तरीके दे नाल पहुंचा सकांगे। पर तुसीं जितने जाने भी हो, जितने भी हो, जागरूक हो, मिशनरी हो, संप्रदायी हो, जिन्ने भी जाने हो, तुसीं एक गल जरूर याद रखियो, क्योंकि अजे ते आउण वाले दिनां दे विच बड़ा कुछ होना। वो जिन्हां लोकां ने हमला कीता अजे ते उन्हां ने सामने आउणा। हो सकता है आने वाले दिनों के उन्होंने अकाल तख्त तो सन्मानित भी किया जाए, हो सकता उन्होंने गुरुद्वारों के सरोपे भी दिते जावन, उन्होंने वास्ते उगराहियां भी कीतियां जावन, उन्होंने वधाइयां दित्तियां जावन। उहदे विच तुसीं सारियां जाणे ने शामिल होना। पर एक गल याद रखियो, जिन्ना मर्जी जोर लगा लियो, तुहानूं खुशी नहीं मिलनी, तुहाडी तसल्ली नहीं होनी, क्योंकि तुहाडी तसल्ली जिहड़ी है वह हरनेक सिंह नूं दुखी करन दे विच आ। ते तुसीं जितना मर्जी जोर लगा के देख लियो, तुसीं हरनेक सिंह नूं दुखी नहीं कर सकोगे। और जितनी देर तक वो बंदा दुखी नहीं हुंदा, उन्नी देर तक तुहानूं चैन नहीं आउणा, उन्नी देर तक तुहानूं खुशी नहीं मिलनी। तुसीं सारी जिंदगी उस खुशी वास्ते तुसीं तरसदे रहना है। हरनेक सिंह नूं चुकाउण दी खुशी, वो तुहानूं खुशी सारी जिंदगी दे विच जिहड़ी है वो कदे नसीब नहीं होनी। ते जांदियां जांदियां एक गल मैं उन्हां इतिहासकारां नूं भी कहनी चाहुंदा हां, जिहड़े जदों साहिबजादियां दा इतिहास सुणाउंदे ने ना, ते साहिबजादियां दे शरीरां दे उत्ते जिहड़े फट लगे ने उन्हां दी गिणती दसदे ने कि बाबा अजीत सिंह जी के शरीर के उत्ते कोई कहता 300 फट लगा, कोई कहता 400 फट लगा, कोई कहता 700 फट लगा। वो वक्खो वक्खरे अंदाजे लगा लगा के तुसीं दसदे हो। उन्होंने कहना चाहना है कि हुण एक बारी न्यूजीलैंड जाके उस हस्पताल दे विचों जाके हरनेक सिंह की रिपोर्ट पढ़ लियो कि हरनेक सिंह के शरीर के उत्ते किन्ने फट लगे सन, क्योंकि आने वाले समय के अंदर तुसीं लिखना है ना सारा कुछ। बेशक तुसीं ते इस पक्ष तो लिखना है कि हरनेक सिंह नूं खालसे ने इस तरीके दे नाल वढिया, इन्ने जख्म लगाए, पर असीं भी उस टीम के मैंबर हाँ, असीं भी फख्र करांगे, असीं भी माण करांगे कि असीं उस टीम दे विच सी जिस टीम के आगू ने अपने तन के उत्ते इन्ने फट जिहड़े सन वो खादे सन, पर इन्ने फट खा के भी वो बंदा जिहड़ा सी उहनूं तुसीं दुखी नहीं सी कर सके। वाहिगुरू जी का खालसा, वाहिगुरू जी की फतेह।